ਇੱਥੇ ਦੇ ਜਿਹੜਾ ਕਰਮਚਾਰੀ ਬੋਲਦਾ ਹੈ ਕਰਮਚਾਰੀ ਨੂੰ ਬਾਹਰ ਕੱਢ ਦਿੰਦੇ ਨੇ। ਕੋਈ ਗਾਣੇ ਵਾਲਾ ਗਾਣਾ ਲਿਖ ਦਿੰਦਾ ਉਹਨੂੰ ਮੁਕੱਦਮਾ ਦਰਜ ਕਰਾ ਦਿੰਦੇ ਨੇ, ਪੱਤਰਕਾਰਾਂ ਦੇ ਮੁਕੱਦਮੇ ਦਰਜ ਕਰਾ ਦਿੰਦੇ ਨੇ। ਡੰਡੇ ਦਾ ਰਾਜ ਥੋੜਾ ਹੀ ਹੈ, ਇਹ ਲੋਕਤੰਤਰ ਹੈ, ਇਹ ਲੋਕਤੰਤਰ ਦੀ ਹੱਤਿਆ ਹੈ। ਜੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤੇ ਬੀਜੇਪੀ ਜ਼ਰੂਰ ਰੱਦ ਹੋ ਜਾਏਗੀ। ਜਿਹੜਾ ਭਾਜਪਾ ਨੇ ਅਨਿਲ ਜੋਸ਼ੀ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ। 6 ਸਾਲ ਲਈ ਉਹਨਾਂ ਦੀ ਛੁੱਟੀ ਕਰ ਦਿੱਤੀ ਹੈ, ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਹੈ ਸਿਆਸਤ ਵਿੱਚ ਕਾਫੀ ਗਰਮਾ ਗਿਆ ਹੈ। ਇਸੇ ਵਿਚਾਲੇ ਹੁਣ ਗੁਰਨਾਮ ਸਿੰਘ ਚੜੂਨੀ ਵੀ ਅਨਿਲ ਜੋਸ਼ੀ ਦੇ ਹੱਕ ਵਿੱਚ ਨਿਤਰੇ ਨੇ। ਚੜੂਨੀ ਨੇ ਕਿਹਾ ਹੈ ਕਿ ਜੋ ਵੀ ਭਾਜਪਾ ਦੇ ਖਿਲਾਫ ਬੋਲਦਾ ਹੈ ਉਸ ਉੱਤੇ ਕਾਰਵਾਈ ਕੀਤੀ ਜਾਂਦੀ ਹੈ ਭਾਜਪਾ ਵੱਲੋਂ। ਉਹਨਾਂ ਨੇ ਕਿਹਾ ਹੈ ਫਿਰ ਚਾਹੇ ਉਹ ਕਿਸਾਨ ਹੋਣ ਜਿਨ੍ਹਾਂ ਤੇ ਪਰਚੇ ਦਰਜ ਹੋ ਜਾਂਦੇ ਨੇ, ਜੇਕਰ ਕੋਈ ਪਾਰਟੀ ਦਾ ਵਰਕਰ ਉਹਨਾਂ ਦੇ ਖਿਲਾਫ ਬੋਲਦਾ ਹੈ, ਕੋਈ ਮੰਤਰੀ ਉਹਨਾਂ ਦੇ ਖਿਲਾਫ ਬੋਲਦਾ ਹੈ ਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਉਹਨਾਂ ਨੇ 3 ਖੇਤੀ ਬਿੱਲਾਂ ਨੂੰ ਲੈ ਕੇ ਵੀ ਕੇਂਦਰ ਸਰਕਾਰ ਨੂੰ ਘੇਰਿਆ ਹੈ। ਉਹਨਾਂ ਨੇ ਕਿਹਾ ਹੈ ਕਿ 3 ਖੇਤੀ ਬਿੱਲ ਜੇਕਰ ਰੱਦ ਨਹੀਂ ਹੁੰਦੇ ਤੇ ਭਾਜਪਾ ਰੱਦ ਹੋ ਜਾਵੇਗੀ। ਸੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਨਾਮ ਸਿੰਘ ਚੜੂਨੀ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਸੈਂਕੜੇ ਕਿਸਾਨਾਂ ਦੀਆਂ ਗੱਡੀਆਂ ਨੂੰ ਸਿੰਘੂ ਬਾਰਡਰ ਵਿੱਚ ਰਵਾਨਾ ਕੀਤਾ ਹੈ ਤੇ ਨਾਲ ਗੁਰਨਾਮ ਸਿੰਘ ਚੜੂਨੀ ਵੀ ਉਹਨਾਂ ਕਿਸਾਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਹੋਏ ਨੇ ਜੋ ਕਿ ਸਿੰਘੂ ਬਾਰਡਰ ਦੇ ਲਈ ਰਵਾਨਾ ਹੋ ਚੁੱਕੇ ਨੇ। ਸੋ ਹੋਰ ਕੀ ਕੁਝ ਕਿਹਾ ਹੈ ਗੁਰਨਾਮ ਸਿੰਘ ਚੜੂਨੀ ਨੇ ਅਨਿਲ ਜੋਸ਼ੀ ਦੇ ਬਾਰੇ ਤੇ ਨਾਲ 3 ਖੇਤੀ ਬਿੱਲ ਬਾਰੇ, ਆਓ ਸੁਣਦੇ ਹਾਂ। ਅਨਿਲ ਜੋਸ਼ੀ ਜਿਹੜੇ ਕਿ ਪਿਛਲੇ ਦਿਨੀ ਆਪਣੀ ਪਾਰਟੀ ਦੇ ਖਿਲਾਫ ਬੋਲਦੇ ਰਹੇ, ਕਿਸਾਨਾਂ ਦੇ ਹੱਕ 'ਚ ਬੋਲਦੇ ਰਹੇ। ਕੱਲ 6 ਸਾਲ ਲਈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ, ਪਰ ਉਹਨਾਂ ਨੇ ਨਾਲ ਇਹ ਗੱਲ ਕਹੀ ਕਿ ਕਿਸਾਨਾਂ ਦੇ ਹੱਕ 'ਚ ਬੋਲਦਾ ਰਵਾਂਗਾ। ਇਹ ਮੈਨੂੰ ਬੋਲਣ ਦਾ ਇਨਾਮ ਮਿਲਿਆ, ਨਾ ਕਿ ਮੈਨੂੰ ਇਸ ਗੱਲ ਦਾ ਕੋਈ ਦੁੱਖ ਵਾ। ਤੁਸੀਂ ਪਾਰਟੀ 'ਚੋਂ ਅਨਿਲ ਜੋਸ਼ੀ ਦੇ ਕੱਢੇ ਜਾਣ ਤੇ ਕੀ ਵਿਚਾਰ ਦੇਣਾ ਚਾਹੁੰਦੇ ਹੋ? ਦੇਖੋ, ਅਸੀਂ ਕਹਾਂਗੇ ਵੀ ਜਿਹੜਾ ਇਹ ਤਾਨਾਸ਼ਾਹੀ ਹੈ। ਬੋਲਣ ਦਾ ਹੱਕ ਤੇ ਸਾਰਿਆਂ ਨੂੰ, ਫਿਰ ਕਾਹਦਾ ਲੋਕਤੰਤਰ ਹੈ? ਤੇ ਇੱਥੇ ਦੇ ਜਿਹੜਾ ਕਰਮਚਾਰੀ ਬੋਲਦਾ ਹੈ ਕਰਮਚਾਰੀ ਨੂੰ ਬਾਹਰ ਕੱਢ ਦਿੰਦੇ ਨੇ। ਕੋਈ ਗਾਣੇ ਵਾਲਾ ਗਾਣਾ ਲਿਖ ਦਿੰਦਾ ਉਹਨੂੰ ਮੁਕੱਦਮਾ ਦਰਜ ਕਰਾ ਦਿੰਦੇ ਨੇ, ਪੱਤਰਕਾਰਾਂ ਦੇ ਮੁਕੱਦਮੇ ਦਰਜ ਕਰਾ ਦਿੰਦੇ ਨੇ। ਇਹਨਾਂ ਦੀ ਆਪਣੀ ਪਾਰਟੀ ਦਾ ਬੋਲਦਾ ਉਹਨੂੰ ਅਸੀਂ ਬੋਲਦੇ ਹਾਂ, ਸਾਡੇ ਤੇ ਮੁਕੱਦਮੇ ਦਰਜ ਕਰਾ ਦਿੰਦੇ ਨੇ। ਮਤਲਬ ਇਹ ਹੈ ਕਿ ਵੀ ਡੰਡੇ ਦਾ ਰਾਜ ਥੋੜਾ ਹੀ ਹੈ, ਇਹ ਲੋਕਤੰਤਰ ਹੈ, ਇਹ ਲੋਕਤੰਤਰ ਦੀ ਹੱਤਿਆ ਹੈ। ਤੇ ਬਾਕੀ ਦੂਜੀ ਗੱਲ ਮੈਂ ਇਹ ਕਹਾਂਗਾ ਕਿ ਵੀ ਆਪਣੇ ਦੇਸ਼ ਵਾਸਤੇ, ਆਪਣੇ ਜਿਹੜਾ ਹੈ ਵਿਵਸਥਾ ਬਦਲਣ ਵਾਸਤੇ ਇਹ ਕੁਰਬਾਨੀਆਂ ਦੇਣੀਆਂ ਪੈਣੀਆਂ। ਜਿਹੜੀ ਮੋਦੀ ਦੀ ਨਵੀਂ ਕੈਬਨਿਟ ਆ ਉਹਦੇ 'ਚ ਵੀ ਕਲੀਅਰ ਤੌਰ ਤੇ ਕਹਿ ਦਿੱਤਾ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਕੋਈ ਸੰਘਰਸ਼ ਦੇ ਵਿੱਚ ਨਵੀਂ ਰਣਨੀਤੀ ਲਿਆਤੀ ਜਾ ਰਹੀ ਹੈ ਕਿ ਜਾਂ ਫਿਰ ਕੋਈ ਨਵਾਂ ਜੋਸ਼ ਭਰਨ ਲਈ ਨਵੀਂ ਕੋਈ ਰਣਨੀਤੀ ਕੀ ਤਿਆਰ ਕੀਤੀ ਜਾ ਰਹੀ ਹੈ? ਜੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤੇ ਬੀਜੇਪੀ ਜ਼ਰੂਰ ਰੱਦ ਹੋ ਜਾਏਗੀ। ਲੋਕ ਜਿਹੜਾ ਹੈ ਬੀਜੇਪੀ ਨੂੰ ਜਿੱਥੇ ਵੀ ਚੁਣਾਵ ਆ ਰਿਹਾ ਬੀਜੇਪੀ ਨੂੰ ਰੱਦ ਕਰੀ ਜਾ ਰਹੇ ਨੇ। ਅਨਿਲ ਜੋਸ਼ੀ ਜਿਹੜੇ ਕਿ ਪਿਛਲੇ ਦਿਨੀ ਆਪਣੀ ਪਾਰਟੀ ਦੇ ਖਿਲਾਫ ਬੋਲਦੇ ਰਹੇ, ਕਿਸਾਨਾਂ ਦੇ ਹੱਕ 'ਚ ਬੋਲਦੇ ਰਹੇ। ਕੱਲ 6 ਸਾਲ ਲਈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ, ਪਰ ਉਹਨਾਂ ਨੇ ਨਾਲ ਇਹ ਗੱਲ ਕਹੀ ਕਿ ਕਿਸਾਨਾਂ ਦੇ ਹੱਕ 'ਚ ਬੋਲਦਾ ਰਵਾਂਗਾ। ਇਹ ਮੈਨੂੰ ਬੋਲਣ ਦਾ ਇਨਾਮ ਮਿਲਿਆ, ਨਾ ਕਿ ਮੈਨੂੰ ਇਸ ਗੱਲ ਦਾ ਕੋਈ ਦੁੱਖ ਵਾ। ਤੁਸੀਂ ਪਾਰਟੀ 'ਚੋਂ ਅਨਿਲ ਜੋਸ਼ੀ ਦੇ ਕੱਢੇ ਜਾਣ ਤੇ ਕੀ ਵਿਚਾਰ ਦੇਣਾ ਚਾਹੁੰਦੇ ਹੋ? ਦੇਖੋ, ਅਸੀਂ ਕਹਾਂਗੇ ਵੀ ਜਿਹੜਾ ਇਹ ਤਾਨਾਸ਼ਾਹੀ ਹੈ। ਬੋਲਣ ਦਾ ਹੱਕ ਤੇ ਸਾਰਿਆਂ ਨੂੰ, ਫਿਰ ਕਾਹਦਾ ਲੋਕਤੰਤਰ ਹੈ? ਤੇ ਇੱਥੇ ਦੇ ਜਿਹੜਾ ਕਰਮਚਾਰੀ ਬੋਲਦਾ ਹੈ ਕਰਮਚਾਰੀ ਨੂੰ ਬਾਹਰ ਕੱਢ ਦਿੰਦੇ ਨੇ। ਕੋਈ ਗਾਣੇ ਵਾਲਾ ਗਾਣਾ ਲਿਖ ਦਿੰਦਾ ਉਹਨੂੰ ਮੁਕੱਦਮਾ ਦਰਜ ਕਰਾ ਦਿੰਦੇ ਨੇ, ਪੱਤਰਕਾਰਾਂ ਦੇ ਮੁਕੱਦਮੇ ਦਰਜ ਕਰਾ ਦਿੰਦੇ ਨੇ। ਇਹਨਾਂ ਦੀ ਆਪਣੀ ਪਾਰਟੀ ਦਾ ਬੋਲਦਾ ਉਹਨੂੰ ਅਸੀਂ ਬੋਲਦੇ ਹਾਂ, ਸਾਡੇ ਤੇ ਮੁਕੱਦਮੇ ਦਰਜ ਕਰਾ ਦਿੰਦੇ ਨੇ। ਮਤਲਬ ਇਹ ਹੈ ਕਿ ਵੀ ਡੰਡੇ ਦਾ ਰਾਜ ਥੋੜਾ ਹੀ ਹੈ, ਇਹ ਲੋਕਤੰਤਰ ਹੈ, ਇਹ ਲੋਕਤੰਤਰ ਦੀ ਹੱਤਿਆ ਹੈ। ਤੇ ਬਾਕੀ ਦੂਜੀ ਗੱਲ ਮੈਂ ਇਹ ਕਹਾਂਗਾ ਕਿ ਵੀ ਆਪਣੇ ਦੇਸ਼ ਵਾਸਤੇ, ਆਪਣੇ ਜਿਹੜਾ ਹੈ ਵਿਵਸਥਾ ਬਦਲਣ ਵਾਸਤੇ ਇਹ ਕੁਰਬਾਨੀਆਂ ਦੇਣੀਆਂ ਪੈਣੀਆਂ। ਜਿਹੜੀ ਮੋਦੀ ਦੀ ਨਵੀਂ ਕੈਬਨਿਟ ਆ ਉਹਦੇ 'ਚ ਵੀ ਕਲੀਅਰ ਤੌਰ ਤੇ ਕਹਿ ਦਿੱਤਾ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਕੋਈ ਸੰਘਰਸ਼ ਦੇ ਵਿੱਚ ਨਵੀਂ ਰਣਨੀਤੀ ਲਿਆਤੀ ਜਾ ਰਹੀ ਹੈ ਕਿ ਜਾਂ ਫਿਰ ਕੋਈ ਨਵਾਂ ਜੋਸ਼ ਭਰਨ ਲਈ ਨਵੀਂ ਕੋਈ ਰਣਨੀਤੀ ਕੀ ਤਿਆਰ ਕੀਤੀ ਜਾ ਰਹੀ ਹੈ? ਜੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤੇ ਬੀਜੇਪੀ ਜ਼ਰੂਰ ਰੱਦ ਹੋ ਜਾਏਗੀ। ਲੋਕ ਜਿਹੜਾ ਹੈ ਬੀਜੇਪੀ ਨੂੰ ਜਿੱਥੇ ਵੀ ਚੁਣਾਵ ਆ ਰਿਹਾ ਬੀਜੇਪੀ ਨੂੰ ਰੱਦ ਕਰੀ ਜਾ ਰਹੇ ਨੇ। ਅਨਿਲ ਜੋਸ਼ੀ ਸੋ ਤੁਸੀਂ ਹੁਣ ਸੁਣ ਰਹੇ ਸੀ ਗੁਰਨਾਮ ਸਿੰਘ ਚੜੂਨੀ ਨੇ ਜੋ ਕਿ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਆਏ ਨੇ। ਤਾਂ ਉਹਨਾਂ ਨੇ ਕਿਹਾ ਹੈ ਕਿ ਭਾਜਪਾ ਦੇ ਖਿਲਾਫ ਜੋ ਵੀ ਬੋਲਦਾ ਹੈ ਉਸ ਦੀ ਸਜ਼ਾ ਭਾਜਪਾ ਉਸ ਨੂੰ ਦਿੰਦੀ ਹੈ, ਫਿਰ ਚਾਹੇ ਉਹ ਕਿਸਾਨ ਹੋਣ ਜੋ ਕਿ ਜਿਨ੍ਹਾਂ ਤੇ ਪਰਚੇ ਦਰਜ ਕਰਵਾ ਦਿੱਤੇ ਜਾਂਦੇ ਹਨ। ਜੇਕਰ ਉਹਨਾਂ ਦੇ ਪਾਰਟੀ ਦੇ ਬੰਦਾ ਕੋਈ ਬੋਲਦਾ ਹੈ ਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਦੇ ਨਾਲ ਅਨਿਲ ਜੋਸ਼ੀ ਨੂੰ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਦੀ ਸਜ਼ਾ ਮਿਲੀ ਹੈ ਤੇ ਉਹਨਾਂ ਨੂੰ 6 ਸਾਲ ਦੇ ਲਈ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ
ਤਿੰਨ ਖੇਤੀ ਬਿੱਲ ਜਿਹੜੇ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਨੇ ਤੇ ਕੇਂਦਰ ਸਰਕਾਰ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਇਸ ਬਿੱਲ ਦੇ ਵਿੱਚ ਸੋਧ ਕੀਤਾ ਜਾ ਸਕਦਾ ਹੈ, ਲੇਕਿਨ ਇਸ ਬਿੱਲ ਨੂੰ ਜਿਹੜਾ ਰੱਦ ਨਹੀਂ ਕੀਤਾ ਜਾ ਸਕਦਾ, ਜਿਸ ਦੇ ਉੱਤੇ ਵੀ ਗੁਰਨਾਮ ਸਿੰਘ ਝੜੂਨੀ ਵੱਲੋਂ ਕੇਂਦਰ ਸਰਕਾਰ ਨੂੰ ਘੇਰਿਆ ਗਿਆ ਹੈ। ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਜੇਕਰ ਤਿੰਨ ਖੇਤੀ ਬਿੱਲ ਨੂੰ ਰੱਦ ਨਹੀਂ ਕਰਦੀ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਭਾਜਪਾ ਰੱਦ ਹੋ ਜਾਵੇਗੀ, ਜਿਸ ਦੀ ਤਸਵੀਰਾਂ ਜਿਹੜੀਆਂ ਨੇ ਬੰਗਾਲ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ, ਜਿੱਥੇ ਕਿ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਨਾਮ ਸਿੰਘ ਝੜੂਨੀ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਸਨ, ਜਿੱਥੇ ਸੈਂਕੜੇ ਕਿਸਾਨ ਜਿਹੜੇ ਸੀ ਕਿਸਾਨਾਂ ਦੀ ਗੱਡੀਆਂ ਦੇ ਨਾਲ ਉਹ ਦਿੱਲੀ ਬਾਰਡਰਾਂ ਦੇ ਲਈ ਰਵਾਨਾ ਹੋਏ ਨੇ, ਜਿੱਥੇ ਕਿਸਾਨ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਨੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ। ਸੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਗੁਰਨਾਮ ਸਿੰਘ ਝੜੂਨੀ ਜਿਹੜੇ ਨੇ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਨਿਤਰੇ ਨੇ। ਉਹਨਾਂ ਨੇ ਕਿਹਾ ਹੈ ਕਿ ਲੋਕਤੰਤਰ ਦਾ ਨਾਸ਼ ਜਿਹੜਾ ਹੈ ਸਾਫ਼ ਤੌਰ ਤੇ ਭਾਜਪਾ ਕਰ ਰਹੀ ਹੈ, ਕਿਉਂਕਿ ਇਹ ਦੇਸ਼ ਜਿਹੜਾ ਹੈ ਇੱਥੇ ਲੋਕਤੰਤਰ ਚੱਲਦਾ ਹੈ, ਲੇਕਿਨ ਜਿਸ ਤਰ੍ਹਾਂ ਦੇ ਨਾਲ ਭਾਜਪਾ ਆਪਣੀ ਚਲਾ ਰਹੀ ਹੈ, ਆਪਣੀ ਜਿਸ ਤਰ੍ਹਾਂ ਦਾ ਕਿਸਾਨਾਂ ਦਾ ਜੋ ਵੀ ਸਾਥ ਦੇ ਰਿਹਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ, ਜਿਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਭਾਜਪਾ ਲੋਕਤੰਤਰ ਦਾ ਨਾਸ਼ ਕਰ ਰਹੀ ਹੈ। ਸੋ ਹੋਰ ਕੀ ਕੁਝ ਕੀਤਾ ਹੈ ਇਸ ਪੂਰੇ ਮਾਮਲੇ ਦੇ ਵਿੱਚ, ਇੱਕ ਵਾਰੀ ਫਿਰ ਅਸੀਂ ਗੁਰਨਾਮ ਸਿੰਘ ਝੜੂਨੀ ਦੇ ਜ਼ੁਬਾਨੀ ਹੀ ਸੁਣ ਲੈਂਦੇ ਹਾਂ। ਅਨਿਲ ਜੋਸ਼ੀ ਜਿਹੜੇ ਕਿ ਪਿਛਲੇ ਦਿਨੀ ਆਪਣੀ ਪਾਰਟੀ ਦੇ ਖਿਲਾਫ ਬੋਲਦੇ ਰਹੇ, ਕਿਸਾਨਾਂ ਦੇ ਹੱਕ 'ਚ ਬੋਲਦੇ ਰਹੇ। ਕੱਲ 6 ਸਾਲ ਲਈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ, ਪਰ ਉਹਨਾਂ ਨੇ ਨਾਲ ਇਹ ਗੱਲ ਕਹੀ ਕਿ ਕਿਸਾਨਾਂ ਦੇ ਹੱਕ 'ਚ ਬੋਲਦਾ ਰਵਾਂਗਾ, ਇਹ ਮੈਨੂੰ ਬੋਲਣ ਦਾ ਇਨਾਮ ਮਿਲਿਆ, ਨਾ ਕਿ ਮੈਨੂੰ ਇਸ ਗੱਲ ਦਾ ਕੋਈ ਦੁੱਖ ਵਾ। ਤੁਸੀਂ ਪਾਰਟੀ 'ਚੋਂ ਅਨਿਲ ਜੋਸ਼ੀ ਦੇ ਕੱਢੇ ਜਾਣ ਤੇ ਕੀ ਵਿਚਾਰ ਦੇਣਾ ਚਾਹੁੰਦੇ ਹੋ? ਦੇਖੋ, ਅਸੀਂ ਕਹਾਂਗੇ ਵੀ ਜਿਹੜਾ ਇਹ ਤਾਨਾਸ਼ਾਹੀ ਹੈ, ਬੋਲਣ ਦਾ ਹੱਕ ਤੇ ਸਾਰਿਆਂ ਨੂੰ, ਫਿਰ ਕਾਹਦਾ ਲੋਕਤੰਤਰ ਹੈ? ਤੇ ਇੱਥੇ ਦੇ ਜਿਹੜਾ ਕਰਮਚਾਰੀ ਬੋਲਦਾ ਹੈ ਕਰਮਚਾਰੀ ਨੂੰ ਬਾਹਰ ਕੱਢ ਦਿੰਦੇ ਨੇ, ਕੋਈ ਗਾਣੇ ਵਾਲਾ ਗਾਣਾ ਲਿਖ ਦਿੰਦਾ ਉਹਨੂੰ ਮੁਕੱਦਮਾ ਦਰਜ ਕਰਾ ਦਿੰਦੇ ਨੇ, ਪੱਤਰਕਾਰਾਂ ਦੇ ਮੁਕੱਦਮੇ ਦਰਜ ਕਰਾ ਦਿੰਦੇ ਨੇ। ਇਹਨਾਂ ਦੀ ਆਪਣੀ ਪਾਰਟੀ ਦਾ ਬੋਲਦਾ ਹੈ, ਉਹਨੂੰ ਅਸੀਂ ਬੋਲਦੇ ਹਾਂ ਸਾਡੇ ਦੇ ਮੁਕੱਦਮੇ ਦਰਜ ਕਰਾ ਦਿੰਦੇ ਨੇ। ਮਤਲਬ ਇਹ ਹੈ ਕਿ ਵੀ ਡੰਡੇ ਦਾ ਰਾਜ ਥੋੜ੍ਹਾ ਹੀ ਹੈ, ਇਹ ਲੋਕਤੰਤਰ ਹੈ, ਇਹ ਲੋਕਤੰਤਰ ਦੀ ਹੱਤਿਆ ਹੈ। ਤੇ ਬਾਕੀ ਦੂਜੀ ਗੱਲ ਮੈਂ ਇਹ ਕਹਾਂਗਾ ਕਿ ਵੀ ਆਪਣੇ ਦੇਸ਼ ਵਾਸਤੇ, ਆਪਣੇ ਜਿਹੜਾ ਹੈ ਵਿਵਸਥਾ ਬਦਲਣ ਵਾਸਤੇ ਇਹ ਕੁਰਬਾਨੀਆਂ ਦੇਣੀਆਂ ਪੈਣੀਆਂ। ਜਿਹੜੀ ਮੋਦੀ ਦੀ ਨਵੀਂ ਕੈਬਨਿਟ ਆ ਉਹਦੇ 'ਚ ਵੀ ਕਲੀਅਰ ਤੌਰ ਤੇ ਕਹਿ ਦਿੱਤਾ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਕੋਈ ਸੰਘਰਸ਼ ਦੇ ਵਿੱਚ ਨਵੀਂ ਰਣਨੀਤੀ ਲਿਆਤੀ ਜਾ ਰਹੀ ਹੈ ਕਿ ਜਾਂ ਫਿਰ ਕੋਈ ਨਵਾਂ ਜੋਸ਼ ਭਰਨ ਲਈ ਨਵੀਂ ਕੋਈ ਰਣਨੀਤੀ ਕੀ ਤਿਆਰ ਕੀਤੀ ਜਾ ਰਹੀ ਹੈ? ਜੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤੇ ਬੀਜੇਪੀ ਜ਼ਰੂਰ ਰੱਦ ਹੋ ਜਾਏਗੀ। ਲੋਕ ਜਿਹੜਾ ਹੈ ਬੀਜੇਪੀ ਨੂੰ ਜਿੱਥੇ ਵੀ ਚੁਣਾਵ ਆ ਰਿਹਾ ਬੀਜੇਪੀ ਨੂੰ ਰੱਦ ਕਰੀ ਜਾ ਰਹੇ ਨੇ। ਅਨਿਲ ਜੋਸ਼ੀ ਜਿਹੜੇ ਕਿ ਪਿਛਲੇ ਦਿਨੀ ਆਪਣੀ ਪਾਰਟੀ ਦੇ ਖਿਲਾਫ ਬੋਲਦੇ ਰਹੇ, ਕਿਸਾਨਾਂ ਦੇ ਹੱਕ